ਕੀ ਹਾਲ ਨੇ ਜੀ ਸਾਰਿਆਂ ਦੇ। ਅੱਜ ਆਪਾਂ ਦੇਖਣਾ ਵੀ C++ ਤੇ ਪਾਈਥਨ ਦੇ ਵਿੱਚ ਬੇਸਿਕ ਪ੍ਰੋਗਰਾਮ ਦਾ ਸਟਰਕਚਰ ਕੀ ਹੁੰਦਾ ਤੇ ਸਿੰਟੈਕਸ ਕਿੱਦਾਂ ਹੁੰਦਾ। ਚਲੋ ਫਿਰ ਸ਼ੁਰੂ ਕਰਦੇ ਹਾਂ। ਪਹਿਲਾਂ ਤਾਂ ਸਿੰਟੈਕਸ ਦੇਖੀਏ ਕੀ ਹੁੰਦਾ। ਜਿੱਦਾਂ ਕਿ ਆਪਾਂ ਇੰਗਲਿਸ਼ ਲੈਂਗੁਏਜ ਆ ਜਾਂ ਪੰਜਾਬੀ ਲੈਂਗੁਏਜ ਆ, ਉਹਦੇ 'ਚ ਗ੍ਰਾਮਰ ਹੁੰਦੀ ਹੈ, ਠੀਕ ਹੈ ਜੀ। ਉਹ 'ਚ ਆਪਾਂ ਨੂੰ ਐਂ ਹੁੰਦਾ ਵੀ ਇੱਕ ਐਂ ਸੈਂਟੈਂਸ ਲਿਖਿਆ ਅਤੇ ਫਿਰ ਡੋਟ ਪਾਈ, ਜੋ ਵੀ ਹੁੰਦਾ ਡੈਸੀਮਲ ਜਿਹਾ ਬਿੰਦੀ ਜੀ ਪਾਉਂਦੇ ਆਪਾਂ ਸੈਂਟੈਂਸ ਤੋਂ ਬਾਅਦ, ਠੀਕ ਹੈ ਨਾ ਜੀ। ਜਿਵੇਂ ਪੰਜਾਬੀ 'ਚ ਡੰਡਾ ਜਿਹਾ ਪਾਉਂਦੇ ਹਾਂ। ਅਤੇ ਇੱਦਾਂ ਹੀ ਜਿਹੜੀ ਪ੍ਰੋਗਰਾਮਿੰਗ ਲੈਂਗੁਏਜਸ ਨੇ ਕੰਪਿਊਟਰ ਦੀਆਂ, ਉਹਨਾਂ ਦੇ ਵਿੱਚ ਵੀ ਸਿੰਟੈਕਸ ਹੁੰਦਾ। ਅਤੇ ਜੇ ਤੁਸੀਂ ਸਿੰਟੈਕਸ ਫੋਲੋ ਨਹੀਂ ਕਰਦੇ ਤਾਂ ਤੁਹਾਡਾ ਪ੍ਰੋਗਰਾਮ ਨਹੀਂ ਚੱਲਦਾ, ਤਾਂ ਉਹ ਪ੍ਰੋਗਰਾਮ ਕੰਪਿਊਟਰ ਨੂੰ ਸਮਝ ਨਹੀਂ ਲੱਗਦਾ ਵੀ ਇਹ ਕੀ ਲਿਖਿਆ। ਤਾਂ ਉਹ ਚੀਜ਼ਾਂ ਆਪਣੀਆਂ ਦੇਖਣੀਆਂ ਜ਼ਰੂਰੀ ਹੁੰਦੀਆਂ ਨੇ। ਅਤੇ ਅੱਜ ਆਪਾਂ ਥੋੜ੍ਹਾ ਜਿਹਾ ਬੇਸਿਕ ਪ੍ਰੋਗਰਾਮ ਸਟਰਕਚਰ ਦੇਖਦੇ ਹਾਂ ਕਿ C++ ਅਤੇ ਪਾਈਥਨ ਦੇ ਵਿੱਚ ਕਿੱਦਾਂ ਹੁੰਦਾ ਅਤੇ ਉਹਦਾ ਸਿੰਟੈਕਸ ਕੀ ਆ। ਜਿਨ੍ਹਾਂ ਨੇ ਪਾਈਥਨ ਦੇਖਣੀ ਆ ਉਹ ਟਾਈਮ ਲਾਈਨ 'ਚ ਦੇਖ ਲਿਓ, ਬਿੰਦੀ ਜੀ ਲੱਗੀ ਹੋਊਗੀ, ਪਾਈਥਨ ਵਾਲੇ ਸੈਕਸ਼ਨ 'ਤੇ ਚਲੇ ਜਾਓ। ਜਿਨ੍ਹਾਂ ਨੇ C++ ਸਿੱਖਣੀ ਆ ਉਹ ਕੰਟੀਨਿਊ ਰੱਖੋ। ਚਲੋ ਆ ਜਾਓ ਫਿਰ ਆਪਾਂ ਪਹਿਲਾਂ C++ ਦੇਖਦੇ ਹਾਂ ਅਤੇ ਇਸ ਦੇ ਵਿੱਚ ਆਪਣਾ ਕੀ ਹੁੰਦਾ। ਪਹਿਲਾਂ ਤਾਂ ਮੈਂ ਬੇਸਿਕ ਪ੍ਰੋਗਰਾਮ ਲਿਖ ਦਿੰਦਾ ਪਹਿਲਾਂ ਕੀ ਹੁੰਦਾ। #include IOStream। ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ C++ ਦੇ ਵਿੱਚ ਇਹ IOStream ਜਿਹੜੀ ਹੈਗੀ ਆ, ਇਹ ਲਾਇਬ੍ਰੇਰੀ ਇਨਕਲੂਡ ਕਰਾਉਂਦੇ ਹਾਂ। ਇਹ ਹੁੰਦੀਆਂ ਨੇ ਲਾਇਬ੍ਰੇਰੀ ਜਾਂ ਫਿਰ ਇਹ ਬਾਈਨਰੀਜ਼ ਹੁੰਦੀਆਂ ਨੇ ਜਿਹੜੀਆਂ ਕੰਪਾਈਲਰ ਦੇ ਨਾਲ ਆਪਾਂ ਨੂੰ ਪੈਕੇਜ ਕਰਕੇ ਭੇਜਦੇ ਨੇ C++ ਵਾਲੇ। ਇਹਨਾਂ ਦੇ ਵਿੱਚ ਉਹ ਸਾਰਾ ਕੁਛ ਲਿਖਿਆ ਹੁੰਦਾ, ਜਿਹੜਾ ਵੀ ਕੁਛ ਆਪਣਾ ਜਿਵੇਂ cout ਵਗੈਰਾ ਯੂਜ਼ ਕਰਦੇ ਹਾਂ ਆਪਾਂ, ਹੈ ਨਾ। ਉਹ cout ਜਦੋਂ ਆਪਾਂ ਲਿਖਦੇ ਹਾਂ, ਉਹਦਾ ਐਕਚੁਅਲ 'ਚ ਜਿਹੜਾ ਬਾਈਨਰੀ ਕੋਡ ਆ, ਜਿਹੜਾ ਕਿ ਕੰਪਿਊਟਰ ਦੀ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ, ਕਿਉਂਕਿ ਕੰਪਿਊਟਰ ਦੀ ਲੈਂਗੁਏਜ ਹੈਗੀ ਆ ਬਾਈਨਰੀ, ਉਹ ਬਹੁਤ ਜ਼ਿਆਦਾ ਲੋ ਲੈਵਲ ਲੈਂਗੁਏਜ ਆ ਅਤੇ ਆਪਾਂ ਉਹ ਲੈਂਗੁਏਜ 'ਚ ਲਿਖ ਨਹੀਂ ਸਕਦੇ ਕੋਡ, ਉਹ ਆਪਣਾ ਲਈ ਔਖਾ। ਆਪਾਂ ਤਾਂ ਕਰਕੇ ਇਹ ਥੋੜ੍ਹੀ ਜਿਹੀ ਹਾਈ ਲੈਵਲ ਲੈਂਗੁਏਜ ਯੂਜ਼ ਕਰਦੇ ਹਾਂ, C++ ਜਾਂ ਫਿਰ ਪਾਈਥਨ। ਜਿਹੜਾ ਵੀ ਕੁਛ ਆਪਾਂ ਇੱਥੇ ਲਿਖਦੇ ਹਾਂ ਉਹ ਇਹਦੇ ਵਿੱਚ IOStream ਦੇ ਵਿੱਚ ਲਿਖਿਆ ਹੁੰਦਾ। ਜਿਵੇਂ ਕਿ cout ਆਪਾਂ ਯੂਜ਼ ਕਰਦੇ ਹਾਂ, ਉਹ ਇੱਕ ਫੰਕਸ਼ਨ ਆ ਜਿਹੜਾ ਕਿ IOStream ਦੇ ਵਿੱਚ ਲਿਖਿਆ ਹੋਇਆ। ਬੇਸਿਕਲੀ ਤੁਹਾਨੂੰ ਇਹ ਲਿਖਣੀ ਜ਼ਰੂਰੀ ਆ ਅਤੇ ਬਸ ਇਹ ਲਿਖ ਦਿਆ ਕਰੋ, ਬਾਕੀ ਕੋਈ ਚੱਕਰ ਨਹੀਂ ਆ। ਆਪਣਾ ਅੱਗੇ ਪ੍ਰੋਗਰਾਮ ਲਿਖਣਾ ਉਹਦੇ 'ਚ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਆ। ਅਤੇ ਇਸ ਤੋਂ ਬਾਅਦ ਆਪਾਂ ਲਿਖਦੇ ਹਾਂ ਯੂਜ਼ਿੰਗ ਨੇਮਸਪੇਸ STD। ਇਹਦਾ ਵੀ ਤੁਹਾਨੂੰ ਕੋਈ ਖਾਸ ਐਡਾ ਹਜੇ ਪਤਾ ਹੋਣ ਦੀ ਕੋਈ ਜ਼ਰੂਰਤ ਹੈ ਨਹੀਂ ਗੀ। ਨੇਮਸਪੇਸਿਸ ਹੁੰਦੀਆਂ ਨੇ C++ ਦੇ ਵਿੱਚ, ਬਾਅਦ 'ਚ ਦੇਖਾਂਗੇ। ਅਤੇ ਬਸ ਬੇਸਿਕਲੀ ਇਹਦਾ ਵੀ ਇੱਥੇ ਹੋਣਾ ਜ਼ਰੂਰੀ ਆ, ਇੱਥੇ ਬਸ ਪਾ ਦਿਓ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਲਿਖਦੇ ਹਾਂ ਜੀ ਇੰਟ ਮੇਨ। ਓਕੇ, ਹੁਣ ਇਹ ਕੀ ਆ। ਹੁਣ ਦੇਖੋ ਜੀ, C++ ਦੇ ਵਿੱਚ ਫੰਕਸ਼ਨ ਹੁੰਦੇ ਨੇ। ਸਾਰੇ ਪ੍ਰੋਗਰਾਮ ਨੂੰ ਫੰਕਸ਼ਨਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਅਤੇ ਹੁਣ ਇਹ ਮੇਨ ਫੰਕਸ਼ਨ ਉਹ ਫੰਕਸ਼ਨ ਆ ਜਿੱਥੇ ਆਪਣਾ ਪ੍ਰੋਗਰਾਮ ਸ਼ੁਰੂ ਹੁੰਦਾ। ਜਿਹੜਾ ਵੀ ਕੁਛ ਆਪਾਂ ਇਹਦੇ ਵਿੱਚ ਮੇਨ ਫੰਕਸ਼ਨ ਦੇ ਵਿੱਚ ਲਿਖਾਂਗੇ ਉਹ ਸਾਰਾ ਰਨ ਹੋਊਗਾ C++ ਦੇ ਵਿੱਚ, ਠੀਕ ਹੈ ਜੀ। ਹੁਣ ਇਹਦਾ ਸਿੰਟੈਕਸ ਕੀ ਆ। ਪਹਿਲਾਂ ਤਾਂ ਨੇਮ ਦਾ ਆਪਾਂ ਨੇ ਇੱਥੇ ਲਿਖਣਾ ਹੁੰਦਾ ਹੈਡਰ, ਇਹਨੂੰ ਕਹਿੰਦੇ ਆ ਹੈਡਰ। ਇਹਦੇ ਵਿੱਚ ਕੀ ਹੁੰਦਾ, ਪਹਿਲਾਂ ਤਾਂ ਆਪਾਂ ਨੇ ਰਿਟਰਨ ਟਾਈਪ ਲਿਖਣਾ ਹੁੰਦਾ। ਅੱਗੇ ਆਪਾਂ ਸਟੇਟਮੈਂਟ ਵੀ ਲਿਖਦੇ ਹਾਂ ਨਾ ਜੀ, ਰਿਟਰਨ 0। ਇਹ ਆਲਵੇਸ ਆਪਣਾ ਪ੍ਰੋਗਰਾਮ ਦੇ ਵਿੱਚ ਸੇਮ ਹੀ ਰਹਿੰਦਾ। ਪਹਿਲਾਂ ਤਾਂ ਇਹ ਜਿਹੜਾ ਇੰਟ ਲਿਖਿਆ, ਇਹਦਾ ਮਤਲਬ ਹੁੰਦਾ ਰਿਟਰਨ ਟਾਈਪ। ਹਰੇਕ ਫੰਕਸ਼ਨ ਦਾ ਆਪਣਾ ਆਪਣਾ ਰਿਟਰਨ ਟਾਈਪ ਹੁੰਦਾ। ਅਤੇ ਫਿਲਹਾਲ ਹਜੇ ਆਪਾਂ ਨੂੰ ਖਾਸ ਕੋਈ ਜ਼ਰੂਰਤ ਹੈ ਨਹੀਂ ਗੀ ਇਹਦੇ ਬਾਰੇ ਪਤਾ ਹੋਣ ਦੀ, ਪਰ ਕਿਉਂਕਿ ਆਪਾਂ ਨੇ ਸਿਰਫ ਮੇਨ ਫੰਕਸ਼ਨ 'ਚ ਕੰਮ ਕਰਨਾ ਹਜੇ। ਅੱਗੇ ਫੰਕਸ਼ਨਸ ਬਾਰੇ ਚੰਗੀ ਐਕਸਪਲੇਨੇਸ਼ਨ ਬਾਅਦ 'ਚ ਕਰਾਂਗੇ। ਹਜੇ ਇਹ ਰਿਟਰਨ ਟਾਈਪ ਹੁੰਦਾ ਬਸ ਫੰਕਸ਼ਨ ਦਾ। ਆਪਾਂ ਨੇ ਜੋ ਵੀ ਇੱਥੇ ਰਿਟਰਨ ਕਰਨਾ ਲਾਸਟ ਦੇ ਵਿੱਚ, ਉਹ ਕਿਹੜੇ ਟਾਈਪ ਦਾ ਹੈਗਾ, ਕਿਹੜਾ ਡੇਟਾ ਟਾਈਪ ਆ ਉਹਦਾ, ਬੇਸਿਕਲੀ ਉਹ ਆ। ਅਤੇ ਇਹਦਾ ਹੈਗਾ ਮੇਨ ਫੰਕਸ਼ਨ ਦਾ ਆਲਵੇਸ C++ ਦੇ ਵਿੱਚ ਇੰਟੀਜਰ ਹੀ ਟਾਈਪ ਹੁੰਦਾ, ਠੀਕ ਆ ਜੀ। ਅਤੇ ਇੱਥੇ ਬਸ ਇੰਟ ਹੁੰਦਾ ਅਤੇ ਮੇਨ ਫੰਕਸ਼ਨ ਦਾ ਨਾਮ ਮੇਨ ਹੀ ਰਹਿਣਾ ਆਲਵੇਸ। ਫੰਕਸ਼ਨ ਜਿਹੜਾ ਆਪਣਾ ਪ੍ਰੋਗਰਾਮ ਆ ਜਿਹੜਾ, ਇਹ ਇੱਥੋਂ ਸਟਾਰਟ ਹੋਊਗਾ ਐਗਜ਼ੀਕਿਊਟ ਹੋਣਾ, ਠੀਕ ਹੈ ਜੀ। ਹਰੇਕ ਫੰਕਸ਼ਨ ਦੇ ਅੱਗੇ ਪੈਰੈਂਥਸਿਸ ਕਹਿ ਦਿੰਦੇ ਆ ਇਹਨਾਂ ਨੂੰ, ਜਾਂ ਬਰੇਸਿਸ ਕਹਿ ਦਿੰਦੇ ਆ, ਬਰੈਕਟ ਵੀ ਕਹਿ ਦਿੰਦੇ ਆ, ਹੋਰ ਵੀ ਪਤਾ ਨਹੀਂ ਕੀ ਕਹਿੰਦੇ ਹੋਣੇ ਆ, ਠੀਕ ਹੈ ਜੀ। ਇੱਥੇ ਇਹ ਲਾਉਣੀਆਂ ਜ਼ਰੂਰੀ ਹੁੰਦੀਆਂ ਨੇ। ਮੇਨ ਫੰਕਸ਼ਨ ਲਿਖਤਾ ਅਤੇ ਇੱਥੇ ਬਰੈਕਟ ਲਾਤੀਆਂ, ਤਾਂ ਇਹ ਆਪਣਾ ਸਾਰਾ ਹੈਡਰ ਹੋ ਗਿਆ ਜੀ ਫੰਕਸ਼ਨ ਦਾ। ਉਹ ਤੋਂ ਬਾਅਦ ਆ ਜਾਂਦੀਆਂ ਨੇ ਆਪਣੀਆਂ ਕੁਚਲੀਆਂ ਜੀਆਂ ਕਰਲੀ ਬਰੈਕਟਸ, ਠੀਕ ਹੈ ਜੀ। ਇਹ ਲਾਉਣੀਆਂ ਜ਼ਰੂਰੀ ਹੁੰਦੀਆਂ ਨੇ। ਇਹਨਾਂ ਦੇ ਵਿੱਚ ਆਪਾਂ ਨੇ ਜੋ ਵੀ ਲਿਖਿਆ ਇੱਥੇ, ਉਹ ਸਾਰਾ ਫੰਕਸ਼ਨ ਦੀ ਬੋਡੀ ਆ। ਇਹਦੇ ਵੱਲ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਫਿਲਹਾਲ, ਕਿ ਬੋਡੀ ਦੇ ਵਿੱਚ ਕੀ ਲਿਖਣਾ। ਜੋ ਵੀ ਆਪਾਂ ਫੰਕਸ਼ਨ ਦੀ ਬੋਡੀ ਦੇ ਵਿੱਚ ਲਿਖਿਆ ਉਹ ਸਾਰਾ ਐਗਜ਼ੀਕਿਊਟ ਹੋਊਗਾ ਸਟੇਟਮੈਂਟ ਬਾਏ ਸਟੇਟਮੈਂਟ।
ਤੇ ਸਟੇਟਮੈਂਟ ਬਾਏ ਸਟੇਟਮੈਂਟ ਦਾ ਮੇਰਾ ਕੀ ਮਤਲਬ ਆ ਉਹ ਵੀ ਮੈਂ ਤੁਹਾਨੂੰ ਦੱਸਦਾ। ਤੇ ਹੁਣ ਜਿਵੇਂ ਆਪਾਂ ਲਿਖਦੇ ਹਾਂ ਸੀ ਆਊਟ ਕੁਛ ਵੀ ਮਿੱਤਰਾਂ ਦਾ ਪ੍ਰੋਗਰਾਮ, ਓਕੇ, ਇਹ ਹੈਗੀ ਹੈ ਜੀ ਆਪਣੀ ਸਟੇਟਮੈਂਟ। ਬੋਡੀ ਦੇ ਵਿੱਚ ਸਟੇਟਮੈਂਟਸ ਹੁੰਦੀਆਂ ਨੇ ਤੇ ਇਹ ਵੀ ਸਟੇਟਮੈਂਟ ਆ, ਇਹ ਵੀ ਸਟੇਟਮੈਂਟ ਆ, ਜਿਹੜੀ ਉੱਤੇ ਆਪਾਂ ਨੇ ਆ ਲਿਖੀ ਆ ਇਹ ਵੀ ਸਟੇਟਮੈਂਟ ਆ। ਸਟੇਟਮੈਂਟਸ ਕੀ ਹੁੰਦੀਆਂ ਨੇ ਬੇਸਿਕਲੀ ਆਪਣੇ ਸੈਂਟੈਂਸ, ਜਿਵੇਂ ਇੰਗਲਿਸ਼ 'ਚ ਹੁੰਦੇ ਆ ਜਾਂ ਪੰਜਾਬੀ 'ਚ ਹੁੰਦੇ ਆ, ਠੀਕ ਹੈ ਜੀ। ਮੈਂ ਸ਼ਹਿਰ ਚੱਲਿਆ ਹਾਂ, ਉਹ ਹੁੰਦਾ ਇੱਕ ਸਟੇਟਮੈਂਟ। ਬਸ ਬੇਸਿਕਲੀ C++ ਦੀ ਇਹ ਸਟੇਟਮੈਂਟ ਆ, ਠੀਕ ਹੈ ਜੀ। ਤੇ ਇਹ ਕੀ ਆ, ਇਹ ਕਹਿੰਦੀ ਆ ਬੇਸਿਕਲੀ ਕਿ ਸਕਰੀਨ ਦੇ ਉੱਤੇ ਆਹ ਜੋ ਵੀ ਇੱਥੇ ਲਿਖਿਆ ਅੱਗੇ ਇਹ ਪ੍ਰਿੰਟ ਕਰ ਦੋ। ਬਸ ਇਹ ਸਟੇਟਮੈਂਟ ਦਾ ਇਹ ਮੀਨਿੰਗ ਆ। ਸਾਰੇ ਪ੍ਰੋਗਰਾਮ ਦੇ ਵਿੱਚ ਆਪਣੇ ਸਟੇਟਮੈਂਟਸ ਹੀ ਹੁੰਦੀਆਂ ਨੇ ਜਿਹੜੀਆਂ ਰਨ ਕਰਦੀਆਂ ਰਹਿੰਦੀਆਂ ਨੇ, ਠੀਕ ਹੈ ਜੀ, ਜਿਹੜੀਆਂ ਕਿ ਇੰਸਟਰਕਸ਼ਨਸ ਹੁੰਦੀਆਂ ਨੇ C++ ਨੂੰ ਵੀ ਕੀ ਕਰਨਾ। ਹੁਣ ਇਹ ਹੈਗਾ ਜੀ C++ ਦੇ ਵਿੱਚ ਜਿਵੇਂ ਇਹ ਹੋ ਗਈ ਸਟੇਟਮੈਂਟ। ਜੇ ਆਪਾਂ ਕੋਈ ਵੈਰੀਏਬਲ ਬਣਾਉਣਾ ਤਾਂ ਜਿਵੇਂ ਇੰਟੀਜਰ ਏਜ ਇਜ਼ ਇਕੁਅਲ ਟੂ 23, ਇਹ ਵੀ ਇੱਕ ਸਟੇਟਮੈਂਟ ਹੀ ਆ। ਇਹਨੂੰ ਆਪਾਂ ਅਸਾਈਨਮੈਂਟ ਸਟੇਟਮੈਂਟ ਕਹਿੰਦੇ ਆ ਕਿਉਂਕਿ ਇਹਦੇ 'ਚ ਆਪਾਂ ਕਿਸੇ ਵੈਰੀਏਬਲ ਨੂੰ ਵੈਲਿਊ ਅਸਾਈਨ ਕਰ ਰਹੇ ਹਾਂ, ਠੀਕ ਹੈ ਜੀ। ਤੇ ਬਸ ਇਹੀ ਬੇਸਿਕਲੀ ਸਟਰਕਚਰ ਹੁੰਦਾ। ਇੱਕ ਹੋਰ ਚੀਜ਼ ਖਾਸ ਜ਼ਰੂਰਤ ਆ ਤੁਹਾਨੂੰ ਮਾਈਂਡ 'ਚ ਰੱਖਣ ਦੀ, ਉਹ ਹੈਗੀ ਆ ਕਿ ਜਿਹੜੀ C++ ਆ, ਈਵਨ ਚਾਹੇ ਕੋਈ ਪਾਈਥਨ ਆ, ਮੋਸਟਲੀ ਜਿਹੜੀਆਂ ਪ੍ਰੋਗਰਾਮਿੰਗ ਲੈਂਗੁਏਜਸ ਨੇ ਉਹ ਕੇਸ ਸੈਂਸਿਟਿਵ ਹੁੰਦੀਆਂ ਨੇ। ਉਹਦਾ ਮਤਲਬ ਕੀ ਆ, ਹੁਣ ਦੇਖੋ ਜੇ ਆਪਾਂ ਸੀ ਆਊਟ ਕਰਾਤਾ ਏਜ ਤਾਂ ਫਿਰ ਇਹਨੇ ਏਜ ਪ੍ਰਿੰਟ ਕਰ ਦੇਣੀ ਆ ਸਕਰੀਨ ਤੇ, ਠੀਕ ਹੈ ਜੀ। 23 ਇਹਨੇ ਪ੍ਰਿੰਟ ਕਰਤਾ। ਹੁਣ ਜੇ ਤੁਸੀਂ ਇਹਨੂੰ ਵੱਡੀ ਏ ਨਾਲ ਏਜ ਲਿਖਤਾ, ਹੁਣ ਦੇਖਦੇ ਹਾਂ ਕੀ ਹੁੰਦਾ। ਓਕੇ, 1 ਐਰਰ ਜਨਰੇਟਡ। ਕਹਿੰਦਾ ਐਰਰ ਯੂਜ਼ ਆਫ ਅਨਡਿਕਲੇਅਰਡ ਵੈਰੀਏਬਲ ਆਈਡੈਂਟੀਫਾਇਰ ਜੋ ਵੀ ਆ ਏਜ। ਤੇ ਦੇਖੋ ਹੁਣ ਇਹ ਕਹਿੰਦਾ ਕਿ ਏਜ ਤੇ ਇਹ ਵਾਲੀ ਏਜ ਇਹ ਸੇਮ ਨਹੀਂ ਹੈਗੀਆਂ। ਇਹ ਕਿਉਂ ਨਹੀਂ ਹੈਗੀਆਂ? ਕਿਉਂਕਿ C++ ਦੇ ਵਿੱਚ ਜੇ ਤੁਸੀਂ ਲੋਅਰ ਕੇਸ ਦੇ ਵਿੱਚ ਡਿਕਲੇਅਰ ਕੀਤਾ ਕੋਈ ਵੈਰੀਏਬਲ ਤਾਂ ਉਹਨੂੰ ਤੁਹਾਨੂੰ ਅੱਗੇ ਲੋਅਰ ਕੇਸ ਹੀ ਯੂਜ਼ ਕਰਨਾ ਪੈਣਾ ਕਾਲ ਕਰਨ ਲਈ, ਠੀਕ ਹੈ ਜੀ। ਇਹ ਮਤਲਬ ਹੈਗਾ ਕੇਸ ਸੈਂਸਿਟਿਵ। ਜਿਵੇਂ ਹੁੰਦਾ ਜੀ ਅਪਰ ਕੇਸ ਲੋਅਰ ਕੇਸ, ਉੱਦਾਂ ਕਿ ਜੇ ਅਪਰ ਕੇਸ 'ਚ ਲਿਖ ਰਹੇ ਹੋ ਤੁਸੀਂ ਏਜ ਤਾਂ ਤੁਹਾਨੂੰ ਕਾਲ ਵੀ ਅਪਰ ਕੇਸ ਦੇ ਵਿੱਚ ਹੀ ਕਰਨੀ ਪੈਣੀ ਆ, ਠੀਕ ਹੈ ਜੀ। ਹੁਣ ਇਹ ਚੱਲ ਰਿਹਾ, ਪਰ ਜੇ ਹੁਣ ਮੈਂ ਇੱਥੇ ਲੋਅਰ ਕੇਸ ਲਿਖਤਾ ਤਾਂ ਇਹਨੇ ਨਹੀਂ ਚੱਲਣਾ, ਫਿਰ ਐਰਰ ਜਨਰੇਟਡ, ਠੀਕ ਹੈ ਜੀ। ਤਾਂ ਇਹ ਚੀਜ਼ ਦਾ ਖਾਸ ਧਿਆਨ ਰੱਖਣਾ। C++ ਆਪਣੀ ਕੇਸ ਸੈਂਸਿਟਿਵ ਆ ਤੇ ਬਸ ਬੇਸਿਕਲੀ ਇਹ ਆਪਣਾ ਸਿੰਟੈਕਸ ਆ। ਤੇ ਹੋਰ ਜਿਹੜੀਆਂ ਸਪੇਸਿਸ ਨੇ ਉਹ ਇਗਨੋਰ ਹੁੰਦੀਆਂ ਨੇ ਕਿਸੇ ਸਟੇਟਮੈਂਟ ਦੇ ਵਿੱਚ। ਜਿੰਨੀਆਂ ਮਰਜ਼ੀ ਸਪੇਸਿਸ ਸਪੂਸਿਸ ਪਾ ਲਓ, ਕੋਈ ਟੈਬ ਟੂਬ ਪਾ ਲਓ, ਠੀਕ ਹੈ ਜੀ, ਪਰ ਇਹ ਤੁਹਾਡਾ ਸਹੀ ਹੋਣਾ ਚਾਹੀਦਾ, ਕੇਸ ਸਹੀ ਹੋਣਾ ਚਾਹੀਦਾ। ਪਰ ਜਿਹੜੀਆਂ ਸਪੇਸਿਸ ਨੇ ਇਹ ਇਗਨੋਰ ਹੋ ਜਾਂਦੀਆਂ ਨੇ। ਤੇ ਜੇ ਤੁਸੀਂ ਸਪੇਸਿਸ ਸਪੂਸਿਸ ਜਿਵੇਂ ਮਰਜ਼ੀ ਆਪਣੇ ਹਿਸਾਬ ਨਾਲ ਸਟਰਕਚਰ ਬਣਾ ਦਿਓ, ਉਹਨੇ ਰਨ ਕਰ ਹੀ ਜਾਣਾ, ਠੀਕ ਹੈ ਜੀ। ਬਸ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਆ। ਸਟੇਟਮੈਂਟ ਨੂੰ ਹਰੇਕ ਨੂੰ ਸੈਮੀ ਕੋਲਨ ਦੇ ਨਾਲ ਐਂਡ ਕਰਨਾ। ਜੇ ਤੁਸੀਂ ਇੱਥੇ ਸੈਮੀ ਕੋਲਨ ਨਹੀਂ ਪਾਇਆ ਤਾਂ ਤੁਹਾਡਾ ਫੇਰ ਐਰਰ ਆ ਜਾਣਾ, ਠੀਕ ਹੈ ਜੀ। ਐਕਸਪੈਕਟਡ ਸੈਮੀ ਕੋਲਨ ਐਟ ਐਂਡ ਆਫ ਡਿਕਲੇਰੇਸ਼ਨ। ਤੇ ਇਹ ਚੀਜ਼ਾਂ ਦਾ ਬਸ ਧਿਆਨ ਰੱਖਿਓ। ਸਿੰਟੈਕਸ ਜਿੱਦਾਂ ਗ੍ਰਾਮਰ ਹੁੰਦੀ ਆ ਆਪਣੀ ਹੋਰ ਲੈਂਗੁਏਜਸ ਦੇ ਵਿੱਚ, ਤਾਂ ਇਹਨਾਂ ਦੇ ਵਿੱਚ ਵੀ ਗ੍ਰਾਮਰ ਹੁੰਦੀ ਆ, ਠੀਕ ਹੈ ਜੀ। ਤੇ ਬਸ ਅੱਜ ਦੇ ਲਈ ਇੰਨਾ ਹੀ ਆ। ਤੇ ਕੀ ਸਿੱਖਿਆ ਆਪਾਂ ਨੇ ਕਿ ਸਿੰਟੈਕਸ ਕੀ ਹੁੰਦਾ, ਕਮੈਂਟ ਆਪਾਂ ਅਗਲੀ ਵੀਡੀਓ 'ਚ ਦੇਖਾਂਗੇ, ਉਹ ਵੀ ਚਲੋ ਦੇਖਦੇ ਹਾਂ। ਤੇ ਇਸ ਵੀਡੀਓ 'ਚ ਆਪਾਂ ਨੇ ਕੀ ਦੇਖਿਆ ਕਿ ਸਿੰਟੈਕਸ ਕੀ ਹੁੰਦਾ, ਬੇਸਿਕ ਪ੍ਰੋਗਰਾਮ ਸਟਰਕਚਰ ਕੀ ਹੁੰਦਾ C++ ਦਾ, ਠੀਕ ਆ ਜੀ। ਚਲੋ ਫਿਰ ਅੱਗੇ ਮਿਲਦੇ ਹਾਂ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ। ਚਲੋ ਜੀ, ਹੁਣ ਆਪਾਂ ਪਾਈਥਨ ਦੇ ਵਿੱਚ ਸਿੰਟੈਕਸ ਦੇਖਦੇ ਹਾਂ ਬੇਸਿਕਲੀ ਕੀ ਹੁੰਦਾ ਸਿੰਟੈਕਸ। ਪਾਈਥਨ ਦੇ ਵਿੱਚ ਬਹੁਤ ਜ਼ਿਆਦਾ ਸਿੰਟੈਕਸ ਈਜ਼ੀ ਆ। ਪਾਈਥਨ ਨੂੰ ਕਾਫੀ ਜ਼ਿਆਦਾ ਹਾਈ ਲੈਵਲ ਲੈਂਗੁਏਜ ਮੰਨਿਆ ਜਾਂਦਾ, ਜਿਵੇਂ ਕਿ ਇੰਗਲਿਸ਼ ਦੇ ਕਾਫੀ ਕਰੀਬ ਆ। ਤੇ ਸਿੰਟੈਕਸ ਦਾ ਵੈਸੇ ਬੇਸਿਕਲੀ ਮਤਲਬ ਤੁਹਾਨੂੰ ਮੈਂ ਦੱਸਦਾ ਕਿ ਗ੍ਰਾਮਰ ਜਿਵੇਂ ਹੁੰਦੀ ਹੈ ਇੰਗਲਿਸ਼ ਦੇ ਵਿੱਚ, ਉੱਦਾਂ ਹੀ ਪ੍ਰੋਗਰਾਮਿੰਗ ਲੈਂਗੁਏਜਸ ਦੇ ਵਿੱਚ ਵੀ ਗ੍ਰਾਮਰ ਹੁੰਦੀ ਆ। ਉਹਨੂੰ ਆਪਾਂ ਸਿੰਟੈਕਸ ਜਾਂ ਫਿਰ ਸਿਮੈਂਟਿਕਸ ਕਹਿ ਦਿੰਦੇ ਹਾਂ। ਸਿੰਟੈਕਸ ਐਂਡ ਸਿਮੈਂਟਿਕਸ ਕਹਿੰਦੇ ਆ। ਉਹ ਬੇਸਿਕਲੀ ਮਤਲਬ ਹੈਗਾ ਕਿ ਗ੍ਰਾਮਰ ਜਿਹੜੇ ਰੂਲ ਨੇ ਤੁਹਾਨੂੰ ਫੋਲੋ ਕਰਨੇ ਪੈਣੇ ਆ, ਠੀਕ ਹੈ ਜੀ। ਹੁਣ ਆਪਾਂ ਜਿਵੇਂ ਕਿ ਲਿਖ ਦਈਏ ਪ੍ਰਿੰਟ ਮਿੱਤਰਾਂ ਦਾ ਪ੍ਰੋਗਰਾਮ, ਤੇ ਹੁਣ ਜੇ ਆਪਾਂ ਨੂੰ ਰਨ ਕਰਾਂਗੇ ਤਾਂ ਇਹਨੇ ਪ੍ਰਿੰਟ ਕਰ ਦੇਣਾ ਮਿੱਤਰਾਂ ਦਾ ਪ੍ਰੋਗਰਾਮ। ਹੁਣ ਇਹ ਕੀ ਆ ਜੀ, ਇਹ ਇੱਕ ਸਟੇਟਮੈਂਟ ਆ, ਠੀਕ ਹੈ ਜੀ। ਆਪਾਂ ਜੇ ਕੋਈ ਵੈਰੀਏਬਲ ਬਣਾਉਂਦੇ ਆ
ਏਜ ਇਜ਼ ਇਕੁਅਲ ਟੂ 23 ਤੇ ਜੇ ਇੱਥੇ ਆਪਾਂ ਨੇ ਏਜ ਲਿਖਤਾ ਤਾਂ ਇਹਨੇ 23 ਪ੍ਰਿੰਟ ਕਰ ਦੇਣਾ। ਤੇ ਹੁਣ ਦੇਖੋ ਜੀ ਇਹਨਾਂ ਨੂੰ ਕਹਿੰਦੇ ਆ ਸਟੇਟਮੈਂਟਸ, ਠੀਕ ਆ ਜੀ। ਸਾਰੇ ਪ੍ਰੋਗਰਾਮ ਦੇ ਵਿੱਚ ਸਟੇਟਮੈਂਟਸ ਹੁੰਦੀਆਂ ਨੇ, ਜਿਵੇਂ ਕਿ ਪਹਿਲੀ ਸਟੇਟਮੈਂਟ ਹੈ, ਦੂਜੀ ਸਟੇਟਮੈਂਟ ਆ। ਸਟੇਟਮੈਂਟ ਇੱਦਾਂ ਹੀ ਹੁੰਦੀ ਆ ਜਿਵੇਂ ਕਿ ਇੰਗਲਿਸ਼ ਦੇ ਵਿੱਚ ਸੈਂਟੈਂਸ ਹੁੰਦੇ ਆ ਜਾਂ ਪੰਜਾਬੀ ਦੇ ਵਿੱਚ ਸੈਂਟੈਂਸ ਹੁੰਦੇ ਆ, ਜਿਵੇਂ ਕਿ ਮੈਂ ਬਾਜ਼ਾਰ ਚੱਲਿਆ ਹਾਂ, ਠੀਕ ਹੈ ਜੀ, ਉਹ ਹੈਗੀ ਆ ਸਟੇਟਮੈਂਟ। ਤੇ ਇਹ ਪਾਈਥਨ ਦੀ ਸਟੇਟਮੈਂਟ ਇਹ ਆ, ਏਜ ਇਕੁਅਲ ਟੂ 23 ਦੈਨ ਪ੍ਰਿੰਟ ਏਜ, ਠੀਕ ਹੈ ਜੀ। ਬਸ ਇਹ ਤੁਹਾਨੂੰ ਖਾਸ ਕੋਈ ਧਿਆਨ ਦੇਣ ਦੀ ਜ਼ਰੂਰਤ ਹੈ ਨਹੀਂ ਗੀ, ਬਸ ਇਹ ਕਾਫੀ ਇੰਗਲਿਸ਼ ਦੇ ਕਰੀਬ ਆ ਕਿ ਜਿਵੇਂ ਤੁਸੀਂ ਇੰਗਲਿਸ਼ 'ਚ ਸੈਂਟੈਂਸ ਲਿਖਦੇ ਆ ਤਾਂ ਉੱਦਾਂ ਹੀ ਪਾਈਥਨ 'ਚ ਵੀ ਜ਼ਿਆਦਾ ਫਰਕ ਨਹੀਂ ਹੁੰਦਾ, ਆਲਮੋਸਟ ਇਹ ਇੰਗਲਿਸ਼ ਦੇ ਸੈਂਟੈਂਸਾਂ ਵਰਗਾ ਹੀ ਹੁੰਦਾ, ਠੀਕ ਹੈ ਜੀ। ਤੇ ਇਹਨਾਂ ਨੂੰ ਆਪਾਂ ਸਟੇਟਮੈਂਟਸ ਕਹਿੰਦੇ ਆ। ਬੇਸਿਕਲੀ ਇਹ ਹੈਗਾ ਜੀ ਪ੍ਰੋਗਰਾਮ ਦਾ ਸਟਰਕਚਰ। ਜੋ ਵੀ ਤੁਸੀਂ ਇੱਥੇ ਲਿਖਦੇ ਹੋ ਅੱਗੇ, ਉਹ ਸਭ ਤੋਂ ਪਹਿਲੀ ਸਟੇਟਮੈਂਟ ਹੁੰਦੀ ਆ, ਇਹ ਤੋਂ ਅੱਗੇ ਲਿਖੋਗੇ ਜੋ ਅਗਲੀ ਸਟੇਟਮੈਂਟ ਹੁੰਦੀ ਆ, ਤੇ ਪ੍ਰੋਗਰਾਮ ਇਹਨਾਂ ਨੂੰ ਫੋਲੋ ਕਰਦਾ ਜਾਂਦਾ। ਤੇ ਜੇ ਤੁਸੀਂ ਕਹੋਗੇ ਇੱਥੇ ਪ੍ਰਿੰਟ ਹੈਲੋ ਵਰਲਡ, ਤੇ ਬਸ ਇਹ ਪਹਿਲਾਂ ਇਹ ਸਟੇਟਮੈਂਟ ਰਨ ਹੋਊਗੀ, ਫਿਰ ਇਹ ਸਟੇਟਮੈਂਟ ਰਨ ਹੋਊਗੀ। ਜਿੱਥੇ ਤੁਹਾਡੀਆਂ ਸਟੇਟਮੈਂਟਾਂ ਮੁੱਕ ਗਈਆਂ ਉੱਥੇ ਤੁਹਾਡਾ ਪ੍ਰੋਗਰਾਮ ਐਂਡ ਹੋ ਜਾਊਗਾ। ਬਸ ਬੇਸਿਕਲੀ ਇਹੀ ਆ, ਠੀਕ ਹੈ ਜੀ। ਪਾਈਥਨ 'ਚ ਕੋਈ ਬਾਹਲਾ ਸਟਰਕਚਰ ਹੈ ਨਹੀਂ ਗਾ ਲੰਬਾ ਚੌੜਾ, ਤੇ ਜੋ ਵੀ ਤੁਸੀਂ ਲਿਖਦੇ ਜਾਂਦੇ ਹੋ ਉਹ ਹੋਈ ਜਾਂਦਾ। ਤੇ ਇੱਕ ਚੀਜ਼ ਜ਼ਰੂਰੀ ਆ ਨੋਟ ਕਰਨੀ ਕਿ ਪਾਈਥਨ ਆ ਜਿਹੜੀ ਕੇਸ ਸੈਂਸਿਟਿਵ ਆ। ਇਹਦੇ 'ਚ ਜੇ ਤੁਸੀਂ ਏਜ ਛੋਟੇ ਅੱਖਰਾਂ 'ਚ ਲਿਖਿਆ ਲੋਅਰ ਕੇਸ ਦੇ ਵਿੱਚ, ਤਾਂ ਤੁਹਾਨੂੰ ਉਹਨੂੰ ਯੂਜ਼ ਕਰਨ ਲਈ ਵੀ ਅੱਗੇ ਲੋਅਰ ਕੇਸ ਹੀ ਯੂਜ਼ ਕਰਨਾ ਪੈਣਾ। ਜੇ ਤੁਸੀਂ ਇੱਥੇ ਲਿਖਤਾ ਇਹ ਵੱਡੀ ਪਾਤੀ ਤਾਂ ਇਹਨੇ ਐਰਰ ਦੇ ਦੇਣਾ, ਠੀਕ ਹੈ ਜੀ। ਨੇਮ ਐਰਰ, ਨੇਮ ਏਜ ਇਜ਼ ਨੋਟ ਡਿਫਾਈਨਡ, ਠੀਕ ਹੈ ਜੀ। ਜੇ ਤੁਸੀਂ ਇੱਥੇ ਏਜ ਛੋਟੇ ਅੱਖਰਾਂ 'ਚ ਲਿਖਿਆ ਸੀਗਾ ਤਾਂ ਇੱਥੇ ਵੀ ਛੋਟੇ ਅੱਖਰਾਂ 'ਚ ਹੀ ਲਿਖਣਾ ਪੈਣਾ, ਜਾਂ ਫਿਰ ਤੁਹਾਨੂੰ ਉੱਪਰ ਉੱਥੇ ਵੱਡੇ ਅੱਖਰਾਂ 'ਚ ਲਿਖਣਾ ਪੈਣਾ, ਠੀਕ ਹੈ ਜੀ। ਇਹਨੂੰ ਕੈਮਲ ਕੇਸ ਕਹਿੰਦੇ ਆ ਵੈਸੇ। ਤੇ ਬਸ ਇਹ ਆ, ਤੁਹਾਨੂੰ ਇਹ ਚੀਜ਼ਾਂ ਦਾ ਧਿਆਨ ਜਿਹਾ ਰੱਖਣ ਦੀ ਜ਼ਰੂਰਤ ਆ। ਤੇ ਪਾਈਥਨ ਦੇ ਵਿੱਚ ਇੱਕ ਇੰਡੈਂਟੇਸ਼ਨ ਹੁੰਦੀ ਹੈ। ਇੰਡੈਂਟ ਹੁੰਦਾ ਮੀਨਸ ਕਿ ਤੁਸੀਂ ਜੇ ਇੱਥੇ ਟੈਬ ਦੱਬਤਾ ਤਾਂ ਇਹ ਇੰਡੈਂਟ ਹੋ ਗਈ ਲਾਈਨ। ਹੁਣ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਇਹਦੇ ਵਿੱਚ ਇਹ ਜੇ ਤੁਸੀਂ ਇੰਡੈਂਟ ਜਿਹਾ ਪਾਤਾ ਅੱਗੇ ਤਾਂ ਇਹ ਪ੍ਰੋਗਰਾਮ ਨਹੀਂ ਚੱਲੂਗਾ, ਕਿਉਂਕਿ ਪਾਈਥਨ ਆ ਜਿਹੜੀ ਉਹ ਇਹਨਾਂ ਦਾ ਖਾਸ ਧਿਆਨ ਰੱਖਦੀ ਆ ਸਪੇਸਿਸ ਦਾ ਅਤੇ ਇੰਡੈਂਟਸ ਦਾ। ਅਤੇ ਤੁਹਾਨੂੰ ਪਾਈਥਨ ਦੀ ਇਹ ਗ੍ਰਾਮਰ ਆ ਕਿ ਕੋਈ ਪਰਟੀਕੂਲਰ ਸਿੰਟੈਕਸ ਜਾਂ ਫੋਲੋ ਕਰਨਾ ਪੈਣਾ, ਇਹ ਸੇਮ ਲਾਈਨ 'ਚ ਹੋਣੀਆਂ ਚਾਹੀਦੀਆਂ ਨੇ। ਅੱਗੇ ਆਪਾਂ ਫੰਕਸ਼ਨ ਵਗੈਰਾ ਯੂਜ਼ ਕਰਾਂਗੇ, ਉਹਦੇ ਵਿੱਚ ਇਹਨਾਂ ਨੂੰ ਟੈਬਸ ਨੂੰ ਜਾਂ ਸਪੇਸਿਸ ਨੂੰ ਯੂਜ਼ ਕਰਾਂਗੇ, ਅਤੇ ਉਹ ਤੁਹਾਨੂੰ ਅੱਗੇ ਪਤਾ ਲੱਗੂਗਾ ਵੀ ਇਹ ਸਟਰਕਚਰ ਕਿੱਦਾਂ, ਆਪਣਾ ਪ੍ਰੋਗਰਾਮ ਦਾ ਸਟਰਕਚਰ ਕੀ ਹੁੰਦਾ, ਠੀਕ ਹੈ ਜੀ। ਅਤੇ ਚਲੋ ਅੱਗੇ ਦੇਖਦੇ ਹਾਂ ਆਪਾਂ। ਅੱਜ ਦੇ ਲਈ ਇਹੀ ਸੀਗਾ ਬਸ। ਆਪਾਂ ਨੇ ਦੇਖਿਆ ਕਿ ਸਟੇਟਮੈਂਟਸ ਕੀ ਹੁੰਦੀਆਂ ਨੇ, ਠੀਕ ਹੈ ਜੀ। ਇਹ ਤਿੰਨੇ ਸਟੇਟਮੈਂਟਸ ਨੇ, ਅਤੇ ਸਿੰਟੈਕਸ ਬਸ ਥੋੜ੍ਹਾ ਬਹੁਤ ਕੇਸ ਸੈਂਸਿਟਿਵ, ਉਹਦਾ ਧਿਆਨ ਰੱਖਿਓ। ਅਤੇ ਆਹ ਸਪੇਸਿਸ ਸਪੂਸਿਸ ਜਿਹੜੀਆਂ ਟੈਬਸ ਸਪੇਸਿਸ, ਇਹ ਪਾਰਟ ਨੇ ਪਾਈਥਨ ਦੇ ਸਿੰਟੈਕਸ ਦਾ, ਅਤੇ ਇਹਨਾਂ ਨੂੰ ਕਿਵੇਂ ਯੂਜ਼ ਕਰਨਾ ਆਪਾਂ ਅੱਗੇ ਹੋਰ ਸਿੱਖਾਂਗੇ। ਚਲੋ ਠੀਕ ਹੈ ਜੀ, ਵੀਡੀਓ ਦੇਖਣ ਲਈ ਧੰਨਵਾਦ, ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ, ਟੇਕ ਕੇਅਰ।